Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 140ਵੇਂ ਅੰਗ ਦੀ ਵਿਆਖਿਆ ਕਰਦੇ ਹਾਂ ਜੀ। ਸ਼ਲੋਕ ਮਹਿਲਾ ਪਹਿਲਾ। ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ। ਮੁੱਠਾ ਆਪ ਮੁਹਾਏ ਸਾਥੈ, ਨਾਨਕ ਐਸਾ ਆਗੂ ਜਾਪੈ। ਕਹਿੰਦੇ ਜਿਹੜਾ ਮਨੁੱਖ ਖੁਦ ਝੂਠ ਬੋਲ ਕੇ ਆਪ ਤਾਂ ਦੂਜਿਆਂ ਦਾ ਹੱਕ ਖਾਂਦਾ ਹੈ, ਮੁਰਦਾਰ ਤੋਂ ਭਾਵ ਪਰਾਇਆ ਹੱਕ ਹਰਾਮ ਖਾਣਾ, ਅਵਰੀ ਨੂੰ ਸਮਝਾਵਣ ਜਾਏ ਤੇ ਹੋਰਨਾਂ ਨੂੰ ਉਹ ਸਿੱਖਿਆ ਦਿੰਦਾ ਹੈ ਕਿ ਝੂਠ ਨਾ ਬੋਲੋ। ਨਾਨਕ ਐਸਾ ਆਗੂ ਜਾਪੈ, ਭਾਵ ਕਿ ਅਜਿਹਾ ਮਨੁੱਖ ਇਸ ਤਰ੍ਹਾਂ ਦਾ ਆਗੂ ਜਾਪਦਾ ਹੈ ਜੋ ਕਿ ਮੁੱਠਾ ਆਪ ਮੁਹਾਏ ਸੱਥ ਹੈ। ਮੁੱਠਾ ਤੋਂ ਭਾਵ ਠੱਗਿਆ ਹੋਇਆ, ਕਿ ਜਿਹੜਾ ਆਪ ਤੇ ਠੱਗਿਆ ਹੀ ਜਾ ਰਿਹਾ ਹੈ, ਨਾਲ ਦੀ ਨਾਲ ਉਹ ਆਪਣੇ ਸਾਥੀਆਂ ਨੂੰ ਵੀ ਲੁਟਾ ਰਿਹਾ ਹੈ। ਦੋਗਲੀ ਨੀਤੀ ਰੱਖਣ ਵਾਲੇ ਮਨੁੱਖਾਂ ਦੀ ਤੇ ਝੂਠ ਬੋਲਣ ਵਾਲੇ ਮਨੁੱਖਾਂ ਦੀ ਗੱਲ ਗੁਰੂ ਜੀ ਨੇ ਇੱਥੇ ਕੀਤੀ ਹੈ। ਮਹਿਲਾ ਚੌਥਾ। ਜਿਸ ਦਾ ਅੰਦਰ ਸੱਚ ਹੈ, ਸੋ ਸੱਚਾ ਨਾਮ ਮੁਖ ਸੱਚ ਅਲਾਏ। ਉਹ ਹਰ ਮਾਰਗ ਆਪ ਚੱਲਦਾ, ਹੋਰਨਾਂ ਨੂੰ ਹਰ ਮਾਰਗ ਪਾਏ। ਤੇ ਦੂਜੇ ਪਾਸੇ ਗੁਰੂ ਜੀ ਕਹਿੰਦੇ ਕਿ ਜਿਸ ਦਾ ਅੰਦਰ ਸੱਚ ਹੈ, ਕਿ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਸਦਾ ਕਾਇਮ ਰਹਿਣ ਵਾਲਾ ਉਹ ਪਰਮਾਤਮਾ ਵਸਦਾ ਹੈ, ਸੋ ਸੱਚਾ ਨਾਮ ਮੁਖ ਸੱਚ ਅਲਾਏ। ਉਹ ਆਪਣੇ ਮੁਖ ਤੋਂ ਵੀ ਉਸ ਪਰਮਾਤਮਾ ਦਾ ਨਾਮ ਹੀ ਬੋਲਦਾ ਹੈ, ਸੱਚ ਹੀ ਬੋਲਦਾ ਹੈ। ਉਹ ਹਰ ਮਾਰਗ ਆਪ ਚੱਲਦਾ। ਹਰ ਮਾਰਗ ਭਾਵ ਪਰਮਾਤਮਾ ਦੇ ਰਾਹ ਦੇ ਉੱਤੇ ਤੁਰਨਾ, ਕਿ ਉਹ ਆਪ ਜੋ ਹੈ ਪਰਮਾਤਮਾ ਦੇ ਰਾਹ ਦੇ ਉੱਤੇ ਤਾਂ ਤੁਰਦਾ ਹੀ ਹੈ, ਹੋਰਨਾਂ ਨੂੰ ਹਰ ਮਾਰਗ ਪਾਏ। ਖੁਦ ਤਾਂ ਤੁਰਦਾ ਹੀ ਹੈ, ਦੂਸਰਿਆਂ ਨੂੰ ਵੀ ਪਰਮਾਤਮਾ ਦੇ ਰਾਹ ਦੇ ਉੱਤੇ ਤੋਰਦਾ ਹੈ। ਜੇ ਅੱਗੇ ਤੀਰਥ ਹੋਏ ਤਾਂ ਮਲ ਲਹੈ, ਛੱਪੜ ਨਹਾਤੈ ਸਗਬੀ ਮਲ ਲਾਏ। ਕਿਉਂਕਿ ਜਿੰਨੇ ਵੀ ਆਪਣੇ ਤੀਰਥ ਸਥਾਨ ਹੁੰਦੇ ਹਨ, ਜ਼ਿਆਦਾਤਰ ਉੱਥੇ ਸਰੋਵਰ ਹੁੰਦਾ ਹੀ ਹੈ ਤੇ ਸਰੋਵਰ ਨੂੰ ਪਵਿੱਤਰ ਸਮਝਿਆ ਜਾਂਦਾ ਹੈ, ਸੁੱਚਾ ਸਮਝਿਆ ਜਾਂਦਾ ਹੈ। ਤਾਂ ਇੱਥੇ ਤੀਰਥ ਤੋਂ ਗੁਰੂ ਜੀ ਸੁੱਚੇ ਪਾਣੀ ਦੇ ਸਰੋਤ ਦੀ ਗੱਲ ਕਰ ਰਹੇ ਹਨ। ਤੀਰਥ ਸ਼ਬਦ ਦਾ ਅਰਥ ਸੁੱਚੇ ਪਾਣੀ ਦਾ ਸਰੋਤ ਹੈ। ਗੁਰੂ ਜੀ ਕਹਿੰਦੇ ਕਿ ਜੇ ਅੱਗੇ ਤੀਰਥ ਹੋਏ ਤਾਂ ਮਲ ਲਹੈ, ਕਿ ਜਿੱਥੇ ਅਸੀਂ ਨਹਾਉਣ ਲਈ ਜਾਈਏ, ਜੇਕਰ ਉਹ ਸਾਫ਼ ਸੁਥਰੇ ਪਾਣੀ ਦਾ ਸਰੋਤ ਹੋਵੇ ਤਾਂ ਸਾਡੀ ਮੈਲ ਲੈ ਜਾਂਦੀ ਹੈ। ਛੱਪੜ ਨਹਾਤੈ ਸਗਬੀ ਮਲ ਲਾਏ। ਪਰ ਜੇ ਛੱਪੜ ਦੇ ਵਿੱਚ ਜਾ ਕੇ ਨਹਾਵਾਂਗੇ ਤਾਂ ਅਸੀਂ ਹੋਰ ਮੈਲ ਆਪਣੇ ਤੇ ਲਗਾ ਲੈਂਦੇ ਹਾਂ, ਕਿਉਂਕਿ ਛੱਪੜ ਜੋ ਹਨ ਜ਼ਿਆਦਾਤਰ ਮੱਝਾਂ ਦੇ ਨਹਾਉਣ ਦੇ ਲਈ ਵਰਤੇ ਜਾਂਦੇ ਸਨ। ਅੱਜ ਕੱਲ੍ਹ ਤੇ ਸਮਾਂ ਬਦਲ ਗਿਆ ਹੈ, ਲੋਕਾਂ ਨੇ ਆਪੋ ਆਪਣੇ ਘਰੀ ਮੋਟਰਾਂ ਲਗਾ ਲਈਆਂ ਹਨ। ਛੱਪੜਾਂ 'ਤੇ ਬਹੁਤ ਘੱਟ ਲੋਕ ਪਸ਼ੂਆਂ ਨੂੰ ਲੈ ਕੇ ਜਾਂਦੇ ਹਨ, ਪਰ ਜ਼ਿਆਦਾਤਰ ਜੋ ਛੱਪੜ ਸਨ ਉਹ ਪਸ਼ੂਆਂ ਦੇ ਨਹਾਉਣ ਦੇ ਲਈ ਹੀ ਵਰਤੇ ਜਾਇਆ ਕਰਦੇ ਸਨ। ਤੇ ਪਸ਼ੂ ਜੋ ਹਨ ਉੱਥੇ ਉਸ ਪਾਣੀ ਦੇ ਵਿੱਚ ਹੀ ਮਲ ਮੂਤਰ ਵੀ ਕਰਦੇ ਹਨ। ਇਸੇ ਲਈ ਜਦੋਂ ਅਸੀਂ ਉਸ ਛੱਪੜ ਦੇ ਵਿੱਚ ਨਹਾਉਣ ਜਾਈਏ ਤਾਂ ਹੋਰ ਮੈਲ ਆਪਣੇ ਉੱਪਰ ਲਵਾ ਲੈਂਦੇ ਹਾਂ। ਸੋ ਇਸ ਗੱਲਬਾਤ ਤੋਂ ਜੋ ਇਹ ਜੋ ਪੰਕਤੀ ਹੈ ਕਿ ਜੇ ਅੱਗੇ ਤੀਰਥ ਹੋਏ ਤਾਂ ਮਲ ਲਹੈ, ਛੱਪੜ ਨਹਾਤੈ ਸਗਬੀ ਮਲ ਲਾਏ, ਇਸ ਉਦਾਹਰਣ ਤੋਂ ਗੁਰੂ ਜੀ ਸਾਨੂੰ ਇਹ ਸਮਝਾਉਣਾ ਚਾਹੁੰਦੇ ਹਨ ਕਿ ਜੇਕਰ ਅਸੀਂ ਚੰਗੀ ਸੰਗਤ ਦੇ ਵਿੱਚ ਜਾਵਾਂਗੇ ਤਾਂ ਕੁਝ ਚੰਗਾ ਸਿੱਖਾਂਗੇ, ਆਪਣੇ ਮਨ 'ਤੇ ਲੱਗੀ ਹੋਈ ਵਿਕਾਰਾਂ ਦੀ ਮੈਲ ਨੂੰ ਲਾਹ ਲਵਾਂਗੇ। ਪਰ ਜੇਕਰ ਅਸੀਂ ਵਿਕਾਰੀਆਂ ਦੀ ਸੰਗਤ ਦੇ ਵਿੱਚ ਹੀ ਜਾ ਕੇ ਬੈਠਾਂਗੇ ਤਾਂ ਸਾਡੀ ਮੈਲ ਲੱਥਣੀ ਤਾਂ ਕੀ ਹੈ, ਅਸੀਂ ਹੋਰ ਵਿਕਾਰਾਂ ਦੀ ਮੈਲ ਆਪਣੇ ਮਨ ਦੇ ਉੱਪਰ ਲਵਾ ਕੇ ਵਾਪਸ ਆਵਾਂਗੇ। ਤੀਰਥ ਪੂਰਾ ਸਤਿਗੁਰ, ਜੋ ਅਨਦਿਨ ਹਰ ਹਰ ਨਾਮ ਧਿਆਏ। ਕਹਿੰਦੇ ਪੂਰਾ ਗੁਰੂ, ਸੱਚਾ ਗੁਰੂ, ਜੋ ਅਨਦਿਨ ਹਰ ਹਰ ਨਾਮ ਧਿਆਏ, ਜੋ ਹਰ ਰੋਜ਼ ਉਸ ਪ੍ਰਮਾਤਮਾ ਦਾ ਨਾਮ ਧਿਆਉਂਦਾ ਹੈ, ਉਹ ਕੀ ਹੈ? ਉਹ ਤੀਰਥ ਪੂਰਾ ਹੈ। ਉਹ ਖੁੱਲ੍ਹੇ ਪਾਣੀ ਦਾ, ਸਾਫ਼ ਪਾਣੀ ਦਾ ਸਰੋਤ ਹੈ, ਜਿਹੜਾ ਕਿ ਸਾਡੇ ਮਨ ਤੋਂ ਵਿਕਾਰਾਂ ਦੀ ਮੈਲ ਨੂੰ ਉਤਾਰ ਸਕਦਾ ਹੈ। ਉਹ ਆਪ ਛੁੱਟਾ ਕੁਟੰਬ ਸਿਉ ਦੇ, ਹਰ ਹਰ ਨਾਮ ਸਭ ਸ੍ਰਿਸ਼ਟ ਛਡਾਈ। ਕੁਟੰਬ ਤੋਂ ਭਾਵ ਪਰਿਵਾਰ ਤੇ ਸਿਉ ਤੋਂ ਭਾਵ ਸਮੇਤ, ਕਿ ਉਹ ਮਨੁੱਖ ਜਿਹੜਾ ਹਰ ਰੋਜ਼ ਪਰਮਾਤਮਾ ਦਾ ਨਾਮ ਧਿਆਉਂਦਾ ਹੈ, ਉਹ ਪੂਰੇ ਤੀਰਥ ਦੇ ਬਰਾਬਰ ਹੈ। ਉਹ ਆਪ ਤੇ ਵਿਕਾਰਾਂ ਤੋਂ ਛੁੱਟਦਾ ਹੀ ਹੈ, ਸਮੇਤ ਆਪਣੇ ਪਰਿਵਾਰ ਨੂੰ ਵੀ ਵਿਕਾਰਾਂ ਤੋਂ ਛੁਡਵਾ ਲੈਂਦਾ ਹੈ। ਹਰ ਹਰ ਨਾਮ ਸਭ ਸ੍ਰਿਸ਼ਟ ਛਡਾਏ, ਤੇ ਪਰਮਾਤਮਾ ਦਾ ਨਾਮ ਲੋਕਾਂ ਦੇ ਵਿੱਚ ਵਰਤਾ ਕੇ, ਲੋਕਾਂ ਨੂੰ ਪਰਮਾਤਮਾ ਦੇ ਨਾਲ ਜੋੜ ਕੇ ਸਾਰੀ ਸ੍ਰਿਸ਼ਟੀ ਨੂੰ ਹੀ ਵਿਕਾਰਾਂ ਤੋਂ
ਬਚਾਉਂਦਾ ਹੈ। ਜਨ ਨਾਨਕ ਤਿਸ ਬਲਹਾਰਨੈ, ਜੋ ਆਪ ਜਪੈ ਅਵਰਾ ਨਾਮ ਜਪਾਏ। ਕਿ ਜੋ ਨਾਨਕ ਹੈ ਉਹ ਉਹਨਾਂ ਤੋਂ ਸਦਕੇ ਜਾਂਦਾ ਹੈ ਜਿਹੜੇ ਆਪ ਪਰਮਾਤਮਾ ਦਾ ਨਾਮ ਜਪਦੇ ਹਨ ਤੇ ਦੂਸਰਿਆਂ ਤੋਂ ਵੀ ਜਪਵਾਉਂਦੇ ਹਨ। ਪੌੜੀ। ਇੱਕ ਕੰਦ ਮੂਲ ਚੁਨ ਖਾਹੇ, ਵਨ ਖੰਡ ਵਾਸਾ। ਇੱਕ ਭਗਵਾ ਵੇਸ ਕਰ ਫਿਰੇ, ਜੋਗੀ ਸੰਨਿਆਸਾ। ਕਹਿੰਦੇ ਇੱਕ ਤਾਂ ਉਹ ਮਨੁੱਖ ਹਨ ਜੋ ਮੂਲੀ ਆਦਿਕ ਖਾ ਕੇ ਆਪਣਾ ਗੁਜ਼ਾਰਾ ਕਰ ਰਹੇ ਨੇ। ਇੱਕ ਕੰਦ ਮੂਲ ਤੋਂ ਭਾਵ ਜ਼ਮੀਨ ਦੇ ਵਿੱਚ ਉੱਗਣ ਵਾਲੀਆਂ ਸਬਜ਼ੀਆਂ, ਜਿਸ ਤਰ੍ਹਾਂ ਗਾਜਰ, ਸ਼ਲਗਮ, ਮੂਲੀ ਆਦਿਕ ਹੋ ਜਾਂਦੇ ਨੇ। ਕਿ ਇੱਕ ਮਨੁੱਖ ਤਾਂ ਉਹ ਨੇ ਜਿਹੜੇ ਇਹ ਕੁਝ ਖਾ ਕੇ ਗੁਜ਼ਾਰਾ ਕਰ ਰਹੇ ਨੇ। ਵਨ ਖੰਡ ਵਾਸਾ, ਜੰਗਲਾਂ ਦੇ ਵਿੱਚ ਰਹਿ ਕੇ ਵੀ ਗੁਜ਼ਾਰਾ ਕਰ ਰਹੇ ਨੇ। ਤੇ ਦੂਸਰੇ ਇੱਕ ਭਗਵਾ ਵੇਸ ਕਰ ਫਿਰੈ, ਜੋਗੀ ਸੰਨਿਆਸਾ। ਭਗਵਾ ਵੇਸ ਕਰ ਕਿ ਭਗਵੇਂ ਕੱਪੜੇ ਪਾ ਕੇ ਜੋਗੀਆਂ ਦਾ ਭੇਸ ਧਾਰ ਕੇ ਮੰਗਦੇ ਫਿਰਦੇ ਹਨ। ਉਹਨਾਂ ਨੂੰ ਲੀੜੇ ਕੱਪੜੇ ਆਦਿ ਦੀ, ਦਾਣੇ ਆਦਿ ਦੀ, ਆਟੇ ਆਦਿ ਦੀ ਝਾਕ ਹੁੰਦੀ ਹੈ। ਉਹ ਪਿੰਡਾਂ ਦੇ ਵਿੱਚ ਜਾਂਦੇ ਹਨ, ਮੰਗਦੇ ਹਨ ਤੇ ਇੱਕ ਝਾਕ ਹੁੰਦੀ ਹੈ ਕਿ ਸਾਨੂੰ ਮਿਲ ਜਾਵੇ, ਕੁਝ ਨਾ ਕੁਝ ਮਿਲ ਜਾਵੇ। ਹਰ ਘਰ ਦੇ ਵਿੱਚ ਉਹ ਜਾਂਦੇ ਹਨ। ਉਹਨਾਂ ਦੇ ਅੰਦਰ ਇੱਕ ਲਾਲਚ ਟਿਕਿਆ ਹੁੰਦਾ ਹੈ। ਅਖਵਾਉਣ ਨੂੰ ਉਹ ਆਪਣੇ ਆਪ ਨੂੰ ਜੋਗੀ ਅਖਵਾਉਂਦੇ ਹਨ, ਪਰ ਜੋਗੀਆਂ ਵਾਲੇ ਲੱਛਣ ਉਹਨਾਂ ਦੇ ਵਿੱਚ ਨਹੀਂ ਹੁੰਦੇ। ਤੇ ਦੂਸਰੇ ਪਾਸੇ ਜੋ ਪਹਿਲੀ ਪੰਕਤੀ ਦੇ ਵਿੱਚ ਗੁਰੂ ਜੀ ਨੇ ਗੱਲ ਕੀਤੀ ਹੈ ਕਿ ਜਿਹੜੇ ਮਨੁੱਖ ਮੂਲੀ ਆਦਿਕ ਖਾ ਕੇ ਵੀ ਗੁਜ਼ਾਰਾ ਕਰ ਰਹੇ ਨੇ, ਜੰਗਲਾਂ ਦੇ ਵਿੱਚ ਰਹਿ ਕੇ ਵੀ ਗੁਜ਼ਾਰਾ ਕਰ ਰਹੇ ਨੇ, ਭਾਵ ਕਿ ਜਿਹੜੇ ਸਾਦੀ ਜ਼ਿੰਦਗੀ ਜਿਉ ਰਹੇ ਨੇ, ਉਹ ਆਪਣੇ ਆਪ ਨੂੰ ਜੋਗੀ ਸਮਝਦੇ ਨਹੀਂ, ਪਰ ਜੋਗੀਆਂ ਵਾਲੇ ਲੱਛਣ ਉਹਨਾਂ ਦੇ ਵਿੱਚ ਮੌਜੂਦ ਨੇ। ਅੰਦਰ ਤ੍ਰਿਸ਼ਨਾ ਬਹੁਤ ਸਾਧਨ, ਭੋਜਨ ਕੀ ਆਸਾ। ਸਾਧਨ ਹੁੰਦਾ ਹੈ ਕੱਪੜਾ, ਤੇ ਜੋ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਜੋ ਭਗਵਾਂ ਵੇਸ ਧਾਰ ਕੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਮੰਗਦੇ ਫਿਰਦੇ ਹਨ, ਉਹਨਾਂ ਦੇ ਅੰਦਰ ਭੋਜਨ ਦੀ, ਕੱਪੜੇ ਦੀ ਇੱਕ ਆਸ਼ਾ ਹੁੰਦੀ ਹੈ, ਤ੍ਰਿਸ਼ਨਾ ਹੁੰਦੀ ਹੈ, ਲਾਲਚ ਹੁੰਦਾ ਹੈ। ਬਿਰਥਾ ਜਨਮ ਗਵਾਏ, ਨਾ ਗਿਰਹੀ ਨਾ ਉਦਾਸਾ। ਕਿ ਅਜਿਹੇ ਜਿਹੜੇ ਮਨੁੱਖ ਨੇ ਉਹ ਆਪਣਾ ਜਨਮ ਬਿਰਥਾ ਗਵਾ ਰਹੇ ਨੇ। ਨਾ ਤਾਂ ਉਹ ਗ੍ਰਹਿਸਤੀ ਦੇ ਯੋਗ ਨੇ, ਨਾ ਗਿਰਹੀ ਨਾ ਉਦਾਸਾ, ਤੇ ਨਾ ਹੀ ਉਹ ਉਦਾਸੀ ਪ੍ਰਾਪਤ ਕਰ ਪਾਉਂਦੇ ਨੇ। ਉਹ ਵਿੱਚ ਵਿਚਾਲੇ ਮੰਝਧਾਰ ਦੇ ਵਿੱਚ ਫਸੇ ਰਹਿੰਦੇ ਨੇ। ਜਮਕਾਲ ਸਿਰੋਂ ਨਾ ਉਤਰੈ, ਤ੍ਰਿਵਿਧ ਮਨਸਾ। ਤ੍ਰਿਵਿਧ ਭਾਵ ਤਿੰਨ ਗੁਣੀ ਮਾਇਆ ਦੀ ਮਨਸਾ, ਮਾਇਆ ਦਾ ਲਾਲਚ ਉਹਨਾਂ ਦੇ ਮਨ ਦੇ ਵਿੱਚ ਹੋਣ ਦੇ ਕਾਰਨ ਉਹਨਾਂ ਦੇ ਸਿਰੋਂ ਜਮਕਾਲ ਨਹੀਂ ਉਤਰਦਾ। ਆਤਮਕ ਮੌਤ ਦਾ ਜੋ ਡਰ ਹੈ ਉਹ ਉਹਨਾਂ ਦੇ ਮਨਾਂ ਦੇ ਵਿੱਚ ਬਣਿਆ ਹੀ ਰਹਿੰਦਾ ਹੈ। ਗੁਰਮਤੀ ਕਾਲ ਨਾ ਆਵੈ, ਨੇੜੇ ਜਾ ਹੋਵੈ ਦਾਸਨ ਦਾਸਾ। ਤੇ ਜਿਹੜਾ ਮਨੁੱਖ ਗੁਰਮਤੀ ਹੋ ਜਾਂਦਾ ਹੈ, ਗੁਰਮੁਖ ਹੋ ਜਾਂਦਾ ਹੈ, ਗੁਰੂ ਦੇ ਲੜ ਲੱਗਦਾ ਹੈ, ਗੁਰੂ ਦੀਆਂ ਸਿੱਖਿਆਵਾਂ ਦੇ ਉੱਪਰ ਚੱਲਦਾ ਹੈ, ਗੁਰੂ ਦੇ ਸੇਵਕਾਂ ਦਾ ਸੇਵਕ ਬਣ ਜਾਂਦਾ ਹੈ, ਆਤਮਕ ਮੌਤ ਉਹਦੇ ਨੇੜੇ ਵੀ ਨਹੀਂ ਟੁਕਦੀ। ਸੱਚਾ ਸ਼ਬਦ ਸੱਚ ਮਨ ਘਰ ਹੀ ਮਹੇ ਉਦਾਸਾ। ਗੁਰੂ ਦਾ, ਪਰਮਾਤਮਾ ਦਾ ਸੱਚਾ ਸ਼ਬਦ ਉਹਦੇ ਮਨ ਦੇ ਵਿੱਚ ਵਸਿਆ ਹੋਣ ਕਰਕੇ ਉਹਦੀ ਤੇ ਘਰ ਵਿੱਚ ਹੀ ਉਦਾਸੀ ਹੈ। ਉਹਨੂੰ ਤੇ ਬਾਹਰ ਭਟਕਣ ਦੀ ਲੋੜ ਹੀ ਕੋਈ ਨਹੀਂ। ਉਹਨੂੰ ਕੋਈ ਜੋਗੀਆਂ ਦਾ ਭੇਸ ਧਾਰ ਕੇ ਜੋਗੀ ਬਣਨ ਦੀ ਲੋੜ ਨਹੀਂ। ਉਹਦੀ ਘਰ ਵਿੱਚ ਰਹਿੰਦੇ ਹੋਏ ਹੀ ਜੋਗ ਤਪੱਸਿਆ ਹੋ ਰਹੀ ਹੈ। ਨਾਨਕ ਸਤਿਗੁਰ ਸੇਵਨ ਆਪਣਾ ਸੇ ਆਸਾ ਤੇ ਨਿਰਾਸਾ। ਜਿਹੜੇ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦੇ ਹਨ ਉਹ ਦੁਨੀਆ ਦੀਆਂ ਲਾਲਸਾਂ ਤੋਂ, ਦੁਨੀਆ ਦੇ ਲਾਲਚਾਂ ਤੋਂ ਉਪਰਾਮ ਹੋ ਜਾਂਦੇ ਹਨ। ਆਪਣੇ ਮਨ ਨੂੰ ਦੁਨਿਆਵੀ ਲਾਲਚਾਂ ਤੋਂ ਬਚਾ ਲੈਂਦੇ ਹਨ। ਸ਼ਲੋਕ ਮਹਿਲਾ ਪਹਿਲਾ। ਜੇ ਰਤ ਲੱਗੈ ਕੱਪੜੈ, ਜਾਮਾ ਹੋਏ ਪਲੀਤ। ਜੋ ਰਤ ਪੀਵੈ ਮਾਨਸਾ, ਤਿਨ ਕਿਉ ਨਿਰਮਲ ਚੀਤ। ਕਹਿੰਦੇ ਕਿ ਜੇ ਕੱਪੜਿਆਂ ਨੂੰ ਲਹੂ ਲੱਗ ਜਾਵੇ, ਜੇ ਰਤ ਲੱਗੈ ਕੱਪੜੈ, ਜਾਮਾ ਹੋਏ ਪਲੀਤ। ਜਾਮਾ ਤੋਂ ਭਾਵ ਵੀ ਕੱਪੜਾ ਹੀ ਹੈ, ਤਾਂ ਜੋ ਕੱਪੜਾ ਹੈ ਉਹ ਪਲੀਤ ਹੋ ਜਾਂਦਾ ਹੈ, ਤਾਂ ਉਸ ਪਲੀਤ ਅਪਵਿੱਤਰ ਕੱਪੜੇ ਪਹਿਨ ਕੇ ਨਮਾਜ਼ ਨਹੀਂ ਕੀਤੀ ਜਾ ਸਕਦੀ ਜਾਂ ਕਿਸੇ ਵੀ ਪ੍ਰਕਾਰ ਦੀ ਪੂਜਾ ਨਹੀਂ ਕੀਤੀ ਜਾ ਸਕਦੀ। ਜਦੋਂ ਅਸੀਂ ਪੂਜਾ ਕਰਦੇ ਹਾਂ, ਪਾਠ ਕਰਦੇ ਹਾਂ, ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਜੋ ਵਸਤਰ ਨੇ, ਸਾਡੇ ਜੋ ਕੱਪੜੇ ਨੇ ਉਹ ਸਾਫ਼ ਸੁਥਰੇ ਹੋਣ। ਪਰ ਕਹਿੰਦੇ ਕਿ ਜੋ ਰਤ ਪੀਵੈ ਮਾਨਸਾ, ਕਿ ਜੋ ਮਨੁੱਖਾਂ ਦਾ ਖੂਨ ਪੀਂਦੇ ਹਨ, ਜੋ ਧੱਕੇਸ਼ਾਹੀਆਂ ਕਰਦੇ ਹਨ, ਹਰਾਮ ਦੀ ਕਮਾਈ ਖਾਂਦੇ ਹਨ, ਤਿਨ ਕਿਉ ਨਿਰਮਲ ਚੀਤ, ਕਿ ਉਹਨਾਂ ਦਾ ਮਨ ਜੋ ਹੈ ਉਹ ਪਾਕ ਕਿਵੇਂ ਹੋ ਸਕਦਾ ਹੈ, ਪਵਿੱਤਰ ਕਿਵੇਂ ਹੋ ਸਕਦਾ ਹੈ। ਤੇ ਜੇ ਪਵਿੱਤਰ ਨਹੀਂ ਹੈ, ਅਪਵਿੱਤਰ ਹੈ, ਤਾਂ ਉਸ ਅਪਵਿੱਤਰ ਮਨ ਦੇ ਨਾਲ ਨਮਾਜ਼ ਜਾਂ ਪੂਜਾ ਜਾਂ ਪਾਠ ਕਿਵੇਂ ਕੀਤਾ ਜਾ ਸਕਦਾ ਹੈ। ਭਾਵ ਕਿ ਅਸੀਂ ਪੂਜਾ ਪਾਠ ਕਰਨ ਵੇਲੇ ਆਪਦੇ ਬਾਹਰੀ ਕੱਪੜਿਆਂ ਦਾ, ਬਾਹਰੀ ਵਸਤਰਾਂ ਦਾ ਤਾਂ ਧਿਆਨ ਰੱਖਦੇ ਹਾਂ
ਕਿ ਉਹ ਪਵਿੱਤਰ ਹਨ ਜਾਂ ਨਹੀਂ, ਪਰ ਆਪਣੇ ਮਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਕੀ ਸਾਡਾ ਮਨ ਪਵਿੱਤਰ ਹੈ ਜਾਂ ਨਹੀਂ। ਜਦੋਂ ਅਸੀਂ ਅਪਵਿੱਤਰ ਕੱਪੜਿਆਂ ਦੇ ਨਾਲ ਪੂਜਾ ਪਾਠ ਕਰਨਾ ਪਸੰਦ ਨਹੀਂ ਕਰਦੇ ਤਾਂ ਅਪਵਿੱਤਰ ਮਨ ਦੇ ਨਾਲ ਵੀ ਸਾਨੂੰ ਪੂਜਾ ਪਾਠ ਕਰਨਾ ਨਹੀਂ ਚਾਹੀਦਾ। ਉਹ ਇੱਕ ਦਿਖਾਵਾ ਬਣ ਜਾਂਦਾ ਹੈ। ਨਾਨਕ ਨਾਉ ਖੁਦਾਏ ਕਾ ਦਿਲ ਹੱਛੈ ਮੁਖ ਲੇਹੋ। ਦਿਲ ਹੱਛੈ ਭਾਵ ਸਾਫ਼ ਦਿਲ ਦੇ ਨਾਲ। ਕਹਿੰਦੇ ਹੇ ਨਾਨਕ, ਉਸ ਪਰਮਾਤਮਾ ਦਾ, ਉਸ ਖੁਦਾ ਦਾ ਨਾਮ ਸਾਫ਼ ਦਿਲ ਦੇ ਨਾਲ ਆਪਣੇ ਮੁਖ ਤੋਂ ਲੈ। ਅਵਰ ਦਿਵਾਜੇ ਦੁਨੀਕੇ ਝੂਠੇ ਅਮਲ ਕਰੇਹੋ। ਜੇ ਤੁਹਾਡਾ ਦਿਲ ਸਾਫ਼ ਨਹੀਂ ਹੈ, ਦਿਲ ਸਾਫ਼ ਨਹੀਂ ਹੈ, ਮਨ ਪਵਿੱਤਰ ਨਹੀਂ ਹੈ, ਤਾਂ ਫਿਰ ਤੁਸੀਂ ਜੇ ਪਰਮਾਤਮਾ ਦਾ ਨਾਮ ਲੈ ਵੀ ਰਹੇ ਹੋ, ਉਸ ਪਰਮਾਤਮਾ ਦੇ ਨਾਮ ਤੇ ਦਾਨ ਪੁੰਨ ਜਾਂ ਹੋਰ ਕੋਈ ਵੀ ਕਰਮਕਾਂਡ ਧਾਰਮਿਕ ਕਾਰਜ ਕਰ ਰਹੇ ਹੋ, ਉਹ ਗੁਰੂ ਜੀ ਕਹਿੰਦੇ ਕਿ ਅਵਰ ਦਿਵਾਜੇ ਦੁਨੀਕੇ, ਕਿ ਉਹ ਫਿਰ ਦੁਨੀਆ ਨੂੰ ਦਿਖਾਉਣ ਦੇ ਲਈ ਕੀਤੇ ਗਏ ਦਿਖਾਵੇ ਹੀ ਹਨ, ਝੂਠੇ ਅਮਲ ਹਨ, ਕੂੜ ਕੰਮ ਹਨ। ਤੁਹਾਡਾ ਮਨ ਸਾਫ਼ ਹੋਣਾ, ਤੁਹਾਡਾ ਦਿਲ ਸਾਫ਼ ਹੋਣਾ, ਦੂਜਿਆਂ ਦੇ ਪ੍ਰਤੀ ਤੁਹਾਡੇ ਦਿਲ ਦੇ ਵਿੱਚ ਇੱਜ਼ਤ ਹੋਣੀ, ਕਿਸੇ ਵੀ ਪ੍ਰਕਾਰ ਦਾ ਭੇਦਭਾਵ ਨਾ ਹੋਣਾ ਬਹੁਤ ਜ਼ਰੂਰੀ ਹੈ। ਉਹ ਜ਼ਿਆਦਾ ਜ਼ਰੂਰੀ ਹੈ ਤੁਹਾਡੇ ਦੁਨਿਆਵੀ ਧਾਰਮਿਕ ਕੰਮਾਂ ਨਾਲੋਂ। ਜੇ ਤੁਹਾਡੇ 'ਚ ਕੁਆਲਿਟੀਆਂ ਹਨ ਤਾਂ ਬੇਸ਼ੱਕ ਤੁਸੀਂ ਧਾਰਮਿਕ ਕੰਮ ਨਹੀਂ ਵੀ ਕਰਦੇ, ਪਰਮਾਤਮਾ ਦੀ ਨਜ਼ਰ ਦੇ ਵਿੱਚ ਤੁਸੀਂ ਉੱਚੇ ਹੀ ਮੰਨੇ ਜਾਓਗੇ। ਦੂਜੇ ਪਾਸੇ ਜੇਕਰ ਤੁਹਾਡਾ ਮਨ ਸਾਫ਼ ਨਹੀਂ ਹੈ, ਦਿਲ ਸਾਫ਼ ਨਹੀਂ ਹੈ, ਤੇ ਫਿਰ ਤੁਸੀਂ ਧਾਰਮਿਕ ਕਰਮਕਾਂਡ ਕਰਦੇ ਪਏ ਹੋ ਤਾਂ ਉਹਨਾਂ ਦਾ ਕੋਈ ਫਾਇਦਾ ਨਹੀਂ, ਉਹ ਦੁਨਿਆਵੀ ਦਿਖਾਵੇ ਹੀ ਮੰਨੇ ਜਾਂਦੇ ਹਨ। ਮਹਿਲਾ ਪਹਿਲਾ। ਜਾਹੋ ਨਾਹੀ ਤਾ ਕਿਆ ਆਖਾ, ਕਿਉ ਨਾਹੀ ਕਿਆ ਹੋਵਾ, ਕੀਤਾ ਕਰਨਾ ਕਹਿਆ ਕਥਨਾ, ਭਰਿਆ ਭਰ ਭਰ ਧੋਵਾਂ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਲਿਖੀਆਂ ਹੋਈਆਂ ਇਹ ਪੰਕਤੀਆਂ ਹਨ ਤੇ ਗੁਰੂ ਜੀ ਕਹਿੰਦੇ ਹਨ ਕਿ ਜਾ ਹਉ ਨਾਹੀ ਹਉ ਭਾਵ ਮੈਂ, ਕਿ ਕਹਿੰਦੇ ਜਦੋਂ ਮੈਂ ਕੁਝ ਹਾਂ ਹੀ ਨਹੀਂ ਤਾਂ ਕਿਆ ਆਖਾਂ, ਤਾਂ ਮੈਂ ਕਹਾਂ ਕੀ, ਮੈਂ ਹੋਰਨਾਂ ਨੂੰ ਉਪਦੇਸ਼ ਕੀ ਕਰਾਂ। ਕਿਉ ਨਾਹੀ ਕਿਆ ਹੋਵਾਂ, ਮੇਰੇ ਅੰਦਰ ਕੋਈ ਆਤਮਿਕ ਗੁਣ ਹੀ ਨਹੀਂ ਹੈ ਤੇ ਆਤਮਿਕ ਗੁਣਾਂ ਤੋਂ ਬਿਨਾਂ ਮੈਂ ਲੋਕਾਂ ਨੂੰ ਕੀ ਬਣ ਕੇ ਦਿਖਾਵਾਂ। ਫਿਰ ਤੋਂ ਕਿਤੇ ਨਾ ਕਿਤੇ ਦਿਖਾਵੇ ਦੀ ਗੱਲ ਹੋ ਰਹੀ ਹੈ ਕਿ ਕਈ ਮਨੁੱਖ ਅਜਿਹੇ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਆਤਮਿਕ ਗੁਣ ਤਾਂ ਨਹੀਂ ਹੁੰਦੇ, ਪਰ ਉਹ ਅਜਿਹਾ ਵਿਖਾਉਂਦੇ ਹਨ ਕਿ ਸਾਡੇ ਅੰਦਰ ਉਹ ਗੁਣ ਹਨ, ਲੋਕਾਂ ਨੂੰ ਉਪਦੇਸ਼ ਕਰਕੇ ਆਪਣੇ ਮਗਰ ਲਾ ਲੈਂਦੇ ਹਨ, ਆਪਣੇ ਨਾਲ ਜੋੜ ਲੈਂਦੇ ਹਨ। ਤੇ ਗੁਰੂ ਜੀ ਉਹ ਕਹਿ ਰਹੇ ਨੇ ਕਿ ਮੈਂ ਕੁਝ ਹਾਂ ਹੀ ਨਹੀਂ, ਮੇਰੀ ਕੋਈ ਹਸਤੀ ਨਹੀਂ ਹੈ, ਮੈਂ ਦੂਜਿਆਂ ਨੂੰ ਉਪਦੇਸ਼ ਕਰਨ ਦੇ ਯੋਗ ਨਹੀਂ ਹਾਂ, ਮੇਰੇ ਅੰਦਰ ਕੋਈ ਆਤਮਿਕ ਗੁਣ ਨਹੀਂ ਹੈ ਜੋ ਮੈਂ ਲੋਕਾਂ ਨੂੰ ਕੁਝ ਬਣ ਕੇ ਦਿਖਾ ਸਕਾਂ। ਕੀਤਾ ਕਰਨਾ ਕਹਿਆ ਕਥਨਾ ਭਰਿਆ, ਕਿ ਜੋ ਕੁਝ ਮੈਂ ਕਰਦਾ ਕਰਾਉਂਦਾ ਹਾਂ, ਜੋ ਕੁਝ ਮੈਂ ਕਹਿੰਦਾ ਕਹਾਉਂਦਾ ਹਾਂ, ਜੋ ਬੋਲਦਾ ਹਾਂ, ਮੇਰੇ ਕੰਮਕਾਰ ਤੇ ਮੇਰੀ ਬੋਲਚਾਲ ਜੋ ਹੈ, ਇਹਨਾਂ ਦੇ ਰਾਹੀਂ ਮੈਂ ਮੰਦੇ ਸੰਸਕਾਰਾਂ ਦੇ ਨਾਲ ਭਰਿਆ ਹੋਇਆ ਹਾਂ। ਭਰ ਭਰ ਧੋਵਾਂ, ਤੇ ਇੱਦਾਂ ਭਰਿਆ ਹੋਇਆ ਮੈਂ ਕਦੇ ਫਿਰ ਤੋਂ ਮੰਦੇ ਸੰਸਕਾਰਾਂ ਵੱਲ ਨੂੰ ਹੀ ਜਾ ਡਿੱਗਦਾ ਹਾਂ ਤੇ ਹੋਰ ਭਰ ਲੈਂਦਾ ਹਾਂ ਆਪਣੇ ਆਪ ਨੂੰ ਉਹਨਾਂ ਮੰਦੇ ਸੰਸਕਾਰਾਂ ਦੇ ਨਾਲ, ਤੇ ਕਦੇ ਮੇਰੀ ਅਕਲ ਜੋ ਹੈ ਥੋੜ੍ਹੀ ਟਿਕਾਣੇ ਆਉਂਦੀ ਹੈ ਤੇ ਮੈਂ ਆਪਣੇ ਮਨ ਨੂੰ ਉਹਨਾਂ ਵਿਕਾਰਾਂ ਵੱਲੋਂ ਧੋਣ ਦੀ ਕੋਸ਼ਿਸ਼ ਕਰਦਾ ਹਾਂ। ਆਪ ਨਾ ਬੁੱਝਾ ਲੋਕ ਬੁਝਾਈ, ਐਸਾ ਆਗੂ ਹੋਵਾਂ। ਕਹਿੰਦੇ ਜਦੋਂ ਮੈਨੂੰ ਆਪ ਨੂੰ ਹੀ ਸਮਝ ਨਹੀਂ ਆਈ ਰਾਹ ਦੀ ਤੇ ਲੋਕਾਂ ਨੂੰ ਮੈਂ ਰਾਹ ਦੱਸਦਾ ਫਿਰਾਂ, ਤਾਂ ਇਸ ਹਾਲਤ ਦੇ ਵਿੱਚ ਮੈਂ ਹਾਸੋਹੀਣਾ ਆਗੂ ਹੀ ਬਣਦਾ ਹਾਂ। ਨਾਨਕ ਅੰਧਾ ਹੋਏ ਕੈ ਦੱਸੇ ਰਾਹੈ, ਸਭ ਸਮੁਹਾਏ ਸਾਥੈ। ਹੇ ਨਾਨਕ, ਜਿਹੜਾ ਮਨੁੱਖ ਖੁਦ ਅੰਨਾ ਹੈ ਪਰ ਦੂਜਿਆਂ ਨੂੰ ਰਾਹ ਦੱਸਦਾ ਫਿਰਦਾ ਹੈ, ਉਹ ਉਹਨਾਂ ਨੂੰ ਵੀ ਲੁਟਾ ਦਿੰਦਾ ਹੈ। ਜਿਸ ਬੰਦੇ ਨੂੰ, ਜਿਸ ਮਨੁੱਖ ਨੂੰ ਖੁਦ ਗਿਆਨ ਨਹੀਂ ਹੈ ਤੇ ਦੂਸਰਿਆਂ ਨੂੰ ਜੇਕਰ ਉਹ ਗਿਆਨ ਦੇ ਕੇ, ਆਪਣਾ ਅੱਧਾ ਅਧੂਰਾ ਗਿਆਨ ਦੇ ਕੇ ਕਿਸੇ ਰਸਤੇ ਦੇ ਉੱਤੇ ਪਾ ਰਿਹਾ ਹੈ, ਤਾਂ ਉਹ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਲੁਟਾ ਰਿਹਾ ਹੈ, ਕਿਉਂਕਿ ਕੋਈ ਪਤਾ ਨਹੀਂ ਕਿ ਉਹਦੇ ਦੱਸੇ ਹੋਏ ਰਸਤੇ ਦੇ ਉੱਤੇ ਚੱਲ ਕੇ ਉਹ ਮਨੁੱਖ ਕਿੱਥੇ ਚੱਲ ਜਾਣ, ਕਿੱਦਾਂ ਦੀ ਹਾਲਾਤ, ਕਿੱਦਾਂ ਦੀ ਸਥਿਤੀ ਦੇ ਵਿੱਚ ਉਹ ਫਸ ਜਾਣ ਤੇ ਲੁੱਟੇ ਵੀ ਜਾ ਸਕਦੇ ਨੇ। ਤੇ ਉਹ ਜਿਹੜੇ ਲੁੱਟੇ ਗਏ ਉਹ ਕਦੇ ਵਾਪਸ ਵੀ ਆ ਸਕਦੇ ਨੇ। ਅੱਗੇ ਗਿਆ ਮੋਹੇ ਮੂਹੇ ਪਾਹੇ, ਸੋ ਐਸਾ ਆਗੂ ਜਾਪੈ। ਜੇਕਰ ਉਹ ਵਾਪਸ ਆ ਜਾਣ ਤਾਂ ਫਿਰ ਉਸੇ ਅੰਨੇ ਮਨੁੱਖ ਨੇ ਜਿਹਨੇ ਉਹਨਾਂ ਨੂੰ ਰਸਤਾ ਵਿਖਾਇਆ ਸੀ, ਉਸ ਗਿਆਨਹੀਨ ਮਨੁੱਖ ਨੇ
ਜਿਸ ਨੇ ਉਹਨਾਂ ਨੂੰ ਆਪਦਾ ਅੱਧਾ ਅਧੂਰਾ ਗਿਆਨ ਦੇ ਕੇ ਕਿਸੇ ਰਾਹ ਦੇ ਉੱਤੇ ਤੋਰਿਆ ਸੀ। ਜਦੋਂ ਉਸ ਰਾਹ ਦੇ ਉੱਤੇ ਜਾ ਕੇ ਉਹ ਲੁੱਟੇ ਜਾਂਦੇ ਨੇ ਤਾਂ ਵਾਪਸ ਆ ਕੇ ਉਸੇ ਗਿਆਨਹੀਨ ਮਨੁੱਖ ਦੇ ਮੂੰਹ ਤੇ ਜੁੱਤੀਆਂ ਮਾਰਦੇ ਨੇ ਤੇ ਉਸ ਵਕਤ ਫਿਰ ਉਸ ਮਨੁੱਖ ਦਾ ਅਸਲੀ ਜੋ ਰੂਪ ਹੈ ਉਹ ਸਾਹਮਣੇ ਆਉਂਦਾ ਹੈ। ਇਹ ਸਾਰੀਆਂ ਜੋ ਗੱਲਾਂ ਨੇ ਅੱਜ ਦੇ ਉਹਨਾਂ ਲਾਲਚੀ ਆਗੂਆਂ ਦੇ ਉੱਤੇ ਜ਼ਰੂਰ ਲਾਗੂ ਹੁੰਦੀਆਂ ਨੇ, ਜਿਹੜੇ ਆਪਣੇ ਦੁਨਿਆਵੀ ਲਾਲਚਾਂ ਦੇ ਕਾਰਨ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ, ਆਪਣਾ ਨਾਮ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਤੇ ਬਹੁਤੇ ਕੇਸਾਂ ਦੇ ਵਿੱਚ ਐਸਾ ਹੋ ਵੀ ਚੁੱਕਿਆ ਹੈ ਕਿ ਜਦੋਂ ਉਹਨਾਂ ਲੋਕਾਂ ਦਾ ਅਸਲੀ ਰੂਪ ਲੋਕਾਂ ਦੇ ਸਾਹਮਣੇ ਆਉਂਦਾ ਹੈ ਤਾਂ ਉਹਨਾਂ ਦੇ ਨਾਲ ਫਿਰ ਹਰ ਤਰ੍ਹਾਂ ਦਾ ਬੁਰਾ ਵਿਵਹਾਰ ਵੀ ਹੋ ਜਾਂਦਾ ਹੈ। ਪੌੜੀ। ਮਾਹਾਰੁੱਤੀ ਸਭ ਤੂੰ ਘੜੀ ਮੂਰਤ ਵਿਚਾਰਾ, ਤੂੰ ਗਣਤਾ ਕਿਨੈ ਨਾ ਪਾਇਓ, ਸੱਚੇ ਅਲਖ ਅਪਾਰਾ। ਕਹਿੰਦੇ ਸਾਰੇ ਮਹੀਨਿਆਂ ਦੇ ਵਿੱਚ, ਸਾਰੀਆਂ ਰੁੱਤਾਂ ਦੇ ਵਿੱਚ, ਹਰ ਘੜੀ ਦੇ ਵਿੱਚ, ਹਰ ਮੁਹੂਰਤ ਦੇ ਵਿੱਚ ਤੂੰ ਵਿਚਾਰਿਆ ਜਾ ਸਕਦਾ ਹੈ, ਤੈਨੂੰ ਸਿਮਰਿਆ ਜਾ ਸਕਦਾ ਹੈ, ਤੇਰਾ ਧਿਆਨ ਧਰਿਆ ਜਾ ਸਕਦਾ ਹੈ। ਮਾਹਾਰੁੱਤੀ ਸਭ ਤੂੰ ਘੜੀ ਮੂਰਤ ਵਿਚਾਰਾ। ਪਰਮਾਤਮਾ ਦੇ ਨਾਮ ਸਿਮਰਨ ਦੀ ਕੋਈ ਘੜੀ, ਕੋਈ ਮਹੀਨਾ, ਕੋਈ ਰੁੱਤ, ਕੋਈ ਸਮਾਂ ਨਹੀਂ ਹੁੰਦਾ। ਉਹ ਹਰ ਵਕਤ ਹਰ ਥਾਂ ਮੌਜੂਦ ਹੈ, ਉਹਨੂੰ ਕਿਤੇ ਵੀ ਸਿਮਰਿਆ ਜਾ ਸਕਦਾ ਹੈ। ਤੁਹਾਡੇ ਮਨ ਦੇ ਵਿੱਚ ਇੱਛਾ ਹੋਣੀ ਚਾਹੀਦੀ ਹੈ। ਤੂੰ ਗਣਤਾ ਕਿਨੈ ਨਾ ਪਾਇਓ, ਸੱਚੇ ਅਲਖ ਅਪਾਰਾ। ਕਿ ਹੇ ਸੱਚੇ ਪਰਮਾਤਮਾ, ਹੇ ਅਦ੍ਰਿਸ਼ਟ ਪਰਮਾਤਮਾ, ਇਹ ਥਿੱਤਾਂ ਦੀ ਗਿਣਤੀ ਕਰਨ ਵਾਲਿਆਂ ਨੇ ਕਦੇ ਵੀ ਤੇਰਾ ਭੇਤ ਨਹੀਂ ਪਾਇਆ ਤੇ ਨਾ ਹੀ ਇਹ ਤੈਨੂੰ ਕਦੇ ਲੱਭ ਸਕਦੇ ਨੇ। ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਦੁਨਿਆਵੀ ਲਾਲਚ ਲੋਭ ਦੇ ਅੰਦਰ ਫਸ ਕੇ, ਹੰਕਾਰ ਦੇ ਅੰਦਰ ਫਸ ਕੇ ਜਿਹੜੇ ਮਨੁੱਖਾਂ ਨੇ ਇਹ ਮਹੂਰਤਾਂ, ਸ਼ੁਭ ਮਹੂਰਤ ਤੇ ਇਹ ਥਿੱਤਾਂ ਜੋ ਚਲਾਈਆਂ ਹਨ ਤੈਨੂੰ ਸਿਮਰਨ ਕਰਨ ਦੀਆਂ, ਉਹ ਪੜ੍ਹੇ ਲਿਖਿਆਂ ਨੂੰ ਵੀ ਮੂਰਖ ਆਖਿਆ ਜਾਣਾ ਚਾਹੀਦਾ ਹੈ। ਨਾਉ ਪੜ੍ਹੀਐ ਨਾਉ ਬੂਝੀਐ ਗੁਰਮਤੀ ਵਿਚਾਰਾ। ਉਸ ਪਰਮਾਤਮਾ ਦਾ ਨਾਮ ਪੜ੍ਹਨ ਦੇ ਲਈ, ਬੁੱਝਣ ਦੇ ਲਈ, ਉਸ ਦੇ ਨਾਲ ਸਾਂਝ ਪਾਉਣ ਦੇ ਲਈ ਕਿਸੇ ਸ਼ੁਭ ਮਹੂਰਤਾਂ ਦੇ ਭਰਮ ਦੇ ਵਿੱਚ ਪੈਣ ਦੀ ਲੋੜ ਨਹੀਂ। ਸੱਚੇ ਗੁਰੂ ਦੀ ਦਿੱਤੀ ਹੋਈ ਸਿੱਖਿਆ ਦੇ ਉੱਤੇ ਚੱਲ ਕੇ ਅਸੀਂ ਉਸ ਪਰਮਾਤਮਾ ਦਾ ਨਾਮ ਸਿਮਰ ਸਕਦੇ ਹਾਂ। ਗੁਰਮਤੀ ਨਾਮ ਧਨ ਖੱਟਿਆ, ਭਗਤੀ ਭਰੇ ਭੰਡਾਰਾ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਿੱਖਿਆ ਦੇ ਉੱਪਰ ਚੱਲ ਕੇ ਉਸ ਪਰਮਾਤਮਾ ਦੀ ਭਗਤੀ ਰੂਪੀ, ਸਿਮਰਨ ਰੂਪੀ ਨਾਮ ਧਨ ਕਮਾਇਆ ਹੈ, ਉਹਨਾਂ ਦੇ ਭੰਡਾਰੇ, ਉਹਨਾਂ ਦੇ ਖਜ਼ਾਨੇ ਉਸ ਪਰਮਾਤਮਾ ਦੀ ਭਗਤੀ ਦੇ ਨਾਲ ਭਰ ਗਏ ਹਨ। ਨਿਰਮਲ ਨਾਮ ਮੰਨਿਆ ਦਰ ਸੱਚਾ ਸਚਿਆਰਾ। ਜਿਨ੍ਹਾਂ ਨੇ ਉਸ ਪਰਮਾਤਮਾ ਦਾ ਪਵਿੱਤਰ ਨਾਮ ਮੰਨਿਆ ਹੈ, ਦਰ ਸੱਚਾ ਸਚਿਆਰਾ, ਉਹ ਉਸ ਪਰਮਾਤਮਾ ਦੇ ਦਰ ਤੇ ਸੁਰਖਰੂ ਹੋ ਜਾਂਦੇ ਹਨ। ਜਿਸ ਦਾ ਜਿਉ ਪ੍ਰਾਣ ਹੈ ਅੰਤਰ ਜੋਤ ਅਪਾਰਾ। ਸੱਚਾ ਸਾਹੋ ਇੱਕ ਤੂੰ ਹੋਰ ਜਗਤ ਵਣਜਾਰਾ। ਜਿਸ ਪਰਮਾਤਮਾ ਦੀ ਬਖਸ਼ੀ ਹੋਈ ਜਿੰਦ ਯਾਨੀ ਕਿ ਪ੍ਰਾਣ ਹਰ ਜੀਵ ਦੇ ਅੰਦਰ ਹੈ, ਉਸ ਪਰਮਾਤਮਾ ਦੀ ਜੋਤ ਹਰ ਜੀਵ ਦੇ ਅੰਦਰ ਹੈ। ਸੱਚਾ ਸਾਹੋ ਇੱਕ ਤੂੰ, ਕਿ ਹੇ ਪਰਮਾਤਮਾ ਤੂੰ ਉਹ ਇੱਕੋ ਇੱਕ ਹੈ ਜੋ ਇਸ ਸਾਰੀ ਸ੍ਰਿਸ਼ਟੀ ਦਾ ਸ਼ਾਹ ਹੈ, ਸਾਰੀ ਸ੍ਰਿਸ਼ਟੀ ਦਾ ਬਾਦਸ਼ਾਹ ਹੈ। ਹੋਰ ਜਗਤ ਵਣਜਾਰਾ, ਬਾਕੀ ਸਾਰੇ ਜੋ ਜਗਤ ਹੈ, ਬਾਕੀ ਸਾਰੀ ਜੋ ਸ੍ਰਿਸ਼ਟੀ ਹੈ, ਉਹ ਮੰਨ ਲਓ ਕਿ ਤੇਰੇ ਨਾਮ ਦੇ ਵਪਾਰੀ ਹਨ ਜਾਂ ਵਣਜਾਰੇ ਹਨ, ਜਿਹੜੇ ਕਿ ਇਸ ਸ੍ਰਿਸ਼ਟੀ ਦੇ ਵਿੱਚ ਫੇਰਾ ਪਾਉਣ ਦੇ ਲਈ ਆਏ ਹਨ। ਭਾਵ ਕਿ ਜੋ ਜੀਵ ਹਨ, ਜੋ ਮਨੁੱਖ ਹਨ, ਉਹਨਾਂ ਦਾ ਜੋ ਸਮਾਂ ਹੈ ਉਹ ਬੜਾ ਸੀਮਿਤ ਹੈ, ਜਦਕਿ ਉਹ ਪਰਮਾਤਮਾ ਯੁਗੋ ਯੁਗ ਅਟੱਲ ਹੈ। ਉਹ ਜਦੋਂ ਇੱਥੇ ਕੁਝ ਵੀ ਨਹੀਂ ਸੀ ਉਦੋਂ ਵੀ ਸੀ, ਜਦੋਂ ਇੱਥੇ ਕੁਝ ਵੀ ਨਹੀਂ ਹੋਏਗਾ ਉਦੋਂ ਵੀ ਹੋਏਗਾ। ਪਰ ਜਿਹੜਾ ਜੀਵ ਹੈ ਉਹ ਕੁਝ ਦੇਰ ਦੇ ਲਈ ਇਸ ਧਰਤੀ ਦੇ ਉੱਪਰ ਜਾਂ ਬ੍ਰਹਿਮੰਡ ਦੇ ਵਿੱਚ ਜਿੱਥੇ ਕਿਤੇ ਵੀ ਜੀਵਨ ਹੈ ਉੱਥੇ ਫੇਰੀ ਪਾਉਣ ਦੇ ਲਈ ਆਉਂਦਾ ਹੈ ਤੇ ਫਿਰ ਆਪਣੀ ਫੇਰੀ ਲਾ ਕੇ ਵਣਜਾਰਿਆਂ ਦੇ ਵਾਂਗੂ ਚਲਾ ਜਾਂਦਾ ਹੈ। ਸ਼ਲੋਕ ਮਹਿਲਾ ਪਹਿਲਾ। ਮਿਹਰ ਮਸੀਤ ਸਿਦਕ ਮੁਸਲਾ, ਹੱਕ ਹਲਾਲ ਕੁਰਾਨ, ਸਰਮ ਸੁੰਨਤ ਸੀਲ ਰੋਜਾ, ਹੋ ਮੁਸਲਮਾਨ। ਕਰਨੀ ਕਾਬਾ ਸੱਚ ਪੀਰ, ਕਲਮਾ ਕਰਮ ਨਿਵਾਜ਼, ਤਸਬੀ ਸਾਤ ਇਸ ਭਾਵਸੀ, ਨਾਨਕ ਰੱਖੈ ਲਾਜ। ਇਹਨਾਂ ਪੰਕਤੀਆਂ ਦੇ ਵਿੱਚ ਗੁਰੂ ਜੀ ਨੇ ਇਸਲਾਮ ਧਰਮ ਦੀ ਗੱਲ ਕੀਤੀ ਹੈ। ਇਸਲਾਮ ਧਰਮ ਦੇ ਵਿੱਚ ਹੋਣ ਵਾਲੇ ਵੱਖ-ਵੱਖ ਕਾਰਜਾਂ ਦੀ, ਇਸਲਾਮ ਦੇ ਵਿੱਚ ਪਵਿੱਤਰ ਮੰਨੇ ਜਾਣ ਵਾਲੇ ਵੱਖ-ਵੱਖ ਵਸਤੂਆਂ ਦੀ ਗੱਲ ਕੀਤੀ ਹੈ ਤੇ ਉਹਨਾਂ ਸਾਰੀਆਂ ਹੀ ਚੀਜ਼ਾਂ ਦਾ, ਸਾਰੇ ਹੀ ਕਰਮਾਂ ਦਾ ਇੱਕ ਹੋਰ ਰੂਪ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਗੁਰੂ ਜੀ ਕਹਿੰਦੇ ਕਿ ਮਿਹਰ ਮਸੀਤ, ਮਿਹਰ ਭਾਵ ਕਿ ਕਿਸੇ ਦੇ ਉੱਤੇ ਤਰਸ ਕਰਨਾ,
ਕਿਸੇ ਦੇ ਉੱਤੇ ਦਇਆ ਭਾਵਨਾ ਦਿਖਾਉਣੀ, ਕਿਸੇ ਦੀ ਮਦਦ ਕਰਨੀ, ਉਹਨੂੰ ਕਹਿੰਦੇ ਮਸੀਤ ਬਣਾਓ। ਜੋ ਮਸੀਤ ਹੈ ਉਹ ਤੁਹਾਡੀ ਕਿਸੇ ਦੇ ਉੱਪਰ ਦਇਆ ਕਰਨ ਦੀ ਜੋ ਪ੍ਰਕਿਰਿਆ ਹੈ ਉਹ ਹੋਣੀ ਚਾਹੀਦੀ ਹੈ। ਸਿਦਕ ਮੁਸਲਾ, ਜੋ ਸ਼ਰਧਾ ਹੈ ਉਸ ਨੂੰ ਮੁਸੱਲਾ ਬਣਾਓ। ਮੁਸੱਲਾ ਉਹ ਇੱਕ ਕੱਪੜਾ ਹੁੰਦਾ ਹੈ, ਉਹ ਇੱਕ ਚਟਾਈ ਹੁੰਦੀ ਹੈ ਜਿਸ ਦੇ ਉੱਪਰ ਬੈਠ ਕੇ ਕਿ ਨਮਾਜ਼ ਪੜ੍ਹੀ ਜਾਂਦੀ ਹੈ। ਗੁਰੂ ਜੀ ਕਹਿੰਦੇ ਕਿ ਆਪਣੇ ਅੰਦਰਲੀ ਜੋ ਸ਼ਰਧਾ ਹੈ ਉਹਨੂੰ ਮਸੱਲਾ ਬਣਾਓ। ਹੱਕ ਹਲਾਲ ਕੁਰਾਨ, ਹੱਕ ਦੀ ਕਮਾਈ ਕਰਨ ਨੂੰ ਤੇ ਖਾਣ ਨੂੰ ਕੁਰਾਨ ਬਣਾਓ। ਭਾਵ ਕਿ ਜੋ ਫਿਜ਼ੀਕਲ ਤੌਰ 'ਤੇ ਸਾਡੇ ਸਾਹਮਣੇ ਜੋ ਚੀਜ਼ਾਂ ਦਿਖਦੀਆਂ ਨੇ, ਜਿਸ ਤਰ੍ਹਾਂ ਕਿ ਅਸੀਂ ਮਸੀਤ ਨੂੰ ਵੇਖ ਸਕਦੇ ਹਾਂ, ਅਸੀਂ ਮੁਸੱਲੇ ਨੂੰ ਵੇਖ ਸਕਦੇ ਹਾਂ, ਵਰਤ ਸਕਦੇ ਹਾਂ, ਅਸੀਂ ਕੁਰਾਨ ਨੂੰ ਵੇਖ ਸਕਦੇ ਹਾਂ, ਪੜ੍ਹ ਸਕਦੇ ਹਾਂ, ਉਹ ਹੋਣੀਆਂ ਚਾਹੀਦੀਆਂ ਨੇ, ਠੀਕ ਹੈ। ਪਰ ਉਹਨਾਂ ਦੇ ਬਰਾਬਰ ਦੀਆਂ ਕੁਝ ਅਜਿਹੀਆਂ ਗੱਲਾਂ ਜੋ ਪਰਮਾਤਮਾ ਦੇ ਦਰਬਾਰ ਦੇ ਵਿੱਚ ਸਹੀ ਮੰਨੀਆਂ ਜਾਂਦੀਆਂ ਹਨ, ਉਹ ਵੀ ਗੁਰੂ ਜੀ ਨੇ ਸਾਡੇ ਸਾਹਮਣੇ ਪੇਸ਼ ਕੀਤੀਆਂ ਨੇ। ਸ਼ਰਮ ਸੁੰਨਤ, ਕਹਿੰਦੇ ਵਿਕਾਰਾਂ ਦੇ ਵੱਲੋਂ ਸ਼ਰਮ ਮੰਨਣੀ ਉਹ ਤੁਹਾਡੀ ਸੁੰਨਤ ਹੋਵੇ। ਸੀਲ ਰੋਜਾ, ਸੀਲ ਭਾਵ ਕਿ ਚੰਗਾ ਸੁਭਾਅ, ਨਰਮ ਸੁਭਾਅ ਤੁਹਾਡਾ ਰੋਜਾ ਹੋਵੇ। ਇਸ ਤਰ੍ਹਾਂ ਦੇ ਮੁਸਲਮਾਨ ਤੁਸੀਂ ਬਣੋ। ਕਰਨੀ ਕਾਬਾ, ਜੋ ਤੁਸੀਂ ਕੰਮਕਾਰ ਕਰਦੇ ਹੋ, ਤੁਹਾਡਾ ਜੋ ਆਚਰਣ ਹੈ ਜੇਕਰ ਉਹ ਉੱਚਾ ਹੋਵੇ ਤਾਂ ਉਹ ਤੁਹਾਡਾ ਕਾਬਾ ਹੋਵੇ। ਸੱਚ ਪੀਰ, ਅੰਦਰੋਂ ਬਾਹਰੋਂ ਇੱਕੋ ਜਿਹੇ ਰਹਿਣਾ, ਸੱਚੇ ਰਹਿਣਾ, ਉਹ ਤੁਹਾਡਾ ਪੀਰ ਹੋਵੇ। ਤੇ ਕਲਮਾ ਕਰਮ ਨਿਵਾਜ, ਕਿ ਜੋ ਤੁਸੀਂ ਕਰਮ ਕਰਦੇ ਹੋ, ਨੇਕ ਕਰਮ ਕਰੋ, ਉਹੀ ਤੁਹਾਡੀ ਨਮਾਜ਼ ਤੇ ਕਲਮਾ ਹੋਵੇ। ਤਸਵੀ ਸਾ ਤਿਸ ਭਾਵਸੀ ਨਾਨਕ ਰੱਖੈ ਲਾਜ, ਜੋ ਗੱਲ ਉਸ ਰੱਬ ਨੂੰ ਭਾਵੇ ਉਹੀ ਤੁਸੀਂ ਕਰੋ, ਉਸ ਪ੍ਰਮਾਤਮਾ ਦੇ ਹੁਕਮ ਨੂੰ ਸਿਰ ਮੱਥੇ ਤੇ ਮੰਨੋ, ਇਹੀ ਤੁਹਾਡੀ ਤਸਬੀਹ ਹੋਵੇ। ਅਜਿਹੇ ਮੁਸਲਮਾਨ ਦੀ ਰੱਬ ਆਪ ਲਾਜ ਰੱਖਦਾ ਹੈ। ਸੋ ਇਹ ਸਾਰੀਆਂ ਜੋ ਗੱਲਾਂ ਨੇ ਸਿਰਫ ਇਸਲਾਮ ਧਰਮ ਤੇ ਹੀ ਨਹੀਂ, ਸਾਡੇ ਧਰਮ ਤੇ ਵੀ ਲਾਗੂ ਹੋ ਸਕਦੀਆਂ ਨੇ, ਹਿੰਦੂ ਧਰਮ ਤੇ ਵੀ, ਕਿਸੇ ਵੀ ਧਰਮ ਤੇ ਲਾਗੂ ਹੋ ਸਕਦੀਆਂ ਨੇ। ਮੁੱਖ ਜੋ ਗੱਲ ਹੈ ਉਹ ਇਹ ਹੈ ਕਿ ਜੋ ਵਸਤੂਆਂ ਨੇ, ਜੋ ਹਰ ਧਰਮ ਦੇ ਆਪਣੇ ਆਪਣੇ ਸਿੰਬਲ ਨੇ, ਉਹਨਾਂ ਦੇ ਪਿੱਛੇ ਇੱਕ ਅਹਿਸਾਸ ਹੋਣਾ ਚਾਹੀਦਾ ਹੈ। ਉਹਨਾਂ ਸਿੰਬਲਾਂ ਦੀ ਮਹੱਤਤਾ ਨਹੀਂ ਹੋਣੀ ਚਾਹੀਦੀ, ਬਲਕਿ ਉਹਨਾਂ ਦੇ ਪਿਛਲੇ ਅਹਿਸਾਸ ਦੀ ਮਹੱਤਤਾ ਹੋਣੀ ਚਾਹੀਦੀ ਹੈ। ਜੇਕਰ ਉਹ ਸਿੰਬਲ ਨਸ਼ਟ ਹੋ ਜਾਏ ਤਾਂ ਅਹਿਸਾਸ ਨਸ਼ਟ ਨਹੀਂ ਹੋਣਾ ਚਾਹੀਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਿਜ਼ੀਕਲ ਤੌਰ ਦੇ ਉੱਤੇ ਇੱਕ ਕਿਤਾਬ ਹੈ, ਇੱਕ ਸਿੰਬਲ ਹੈ ਸਿੱਖ ਧਰਮ ਦਾ, ਪਰ ਉਹਦੇ ਪਿੱਛੇ ਜੋ ਅਹਿਸਾਸ ਹੈ ਉਹ ਸਾਡੇ ਗੁਰੂਆਂ ਦੀਆਂ ਸਿੱਖਿਆਵਾਂ ਨੇ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਪੋਥੀ ਨੂੰ ਨਸ਼ਟ ਕਰ ਵੀ ਦਿੱਤਾ ਜਾਵੇ ਤਾਂ ਉਹਦੇ ਪਿੱਛੇ ਜੋ ਅਹਿਸਾਸ, ਜੋ ਸਿੱਖਿਆਵਾਂ ਨੇ, ਉਹ ਨਸ਼ਟ ਨਹੀਂ ਹੋ ਸਕਦੀਆਂ। ਇਸ ਗੱਲ ਦੀ ਵੱਧ ਮਹੱਤਤਾ ਹੋਣੀ ਚਾਹੀਦੀ ਹੈ। ਇੱਦਾਂ ਦਾ ਕੁਝ ਗੁਰੂ ਜੀ ਇਹਨਾਂ ਪੰਕਤੀਆਂ ਦੇ ਵਿੱਚ ਕਹਿ ਰਹੇ ਨੇ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 140ਵੇਂ ਅੰਗ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਉਮੀਦ ਕਰਦੇ ਹਾਂ ਤੁਹਾਨੂੰ ਇਸ ਦੇ ਵਿੱਚੋਂ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ। ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਅੱਗੇ ਵੀ ਲੋਕਾਂ ਦੇ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾਇਓ। ਵੇਖਣ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।